हेलो स्टूडेंट्स, अज डेट हैगी 8 सितंबर, डे हैगा ट्यूसडे। तो आप BOMP का नैक्सट स्टैप टॉपिक स्टार्ट करन लगे आ। कॉमर्स की होंदी है, उसका नेचर किहो जिहा हुंदा, उसकी क्लासीफिकेशन किवें दी हुंदी है। कॉमर्स के बच्चों कॉमर्स का मीनिंग पता होना चाहिए हैगा। कॉमर्स की होंदी है राजे? कॉमर्स वो सारियां एक्टिविटीज़ होंदियां ने जिहड़ियां एक प्रोड्यूसर तो लैके कंज्यूमर तक निभाउण लई कीतियां जांदियां ने। जदों भी कोई प्रोडक्शन होई है, मतलब कोई भी गुड्स एंड सर्विस जिथे बनी है ਉੱਥੋਂ ਲੈ ਕੇ यूज़ तो किते होर ਹੁੰਦੀ है ना, कंज्यूमर्स ਉਹਨੂੰ यूज़ करते हैं। यानी कि प्रोडक्शन तो लैके कंज्यूमर तक जो तक प्रोडक्ट पहुँचता नहीं हैगा, उन्हें विचकार जिन्नियां भी एक्टिविटीज़ आउंदियां ने उन्हां सारियां एक्टिविटीज़ नूं की बोलदे आ, कॉमर्स का नाम दिता गया है। यानी कि इट इनकलूड्स दोज एक्टिविटीज़ विच आर रिलेटेड टू ट्रांसफर ऑफ गुड्स फ्रॉम द प्लेस ऑफ प्रोडक्शन टू दी प्लेस ऑफ कस्टमर कंज्यूमर। ठीक है भी, प्रोडक्शन की प्लेस तो लैके कंज्यूमर तक पहुँचाउण दी प्रक्रिया नूं की बोलदे आ, कॉमर्स किया जाता है। ਇਹਦੇ ਵਿੱਚ ਹੁਣ ਆਪਾਂ ਕੱਲਾ ਬਾਇੰਗ ਐਂਡ ਸੈਲਿੰਗ ਨਹੀਂ ਕਹਿ ਸਕਦੇ ਵੀ ਕੱਲਾ ਵਸਤੂਆਂ ਨੂੰ ਖਰੀਦਣਾ ਵੇਚਣਾ ਹੀ ਕॉमर्स ਹੁੰਦਾ। ਕॉमर्स ਦਾ ਮੀਨਿੰਗ ਥੋੜਾ ਇਸ ਤੋਂ ਬੜਾ ਹੋ ਗਿਆ। ਠੀਕ ਹੈ ਜੀ। ਹੁਣ ਇਹ ਨੇਚਰ ਦੀ ਗੱਲ ਕਰਦੇ, ਡੈਫੀਨੇਸ਼ਨ ਜੀ ਜਿੱਥੋਂ ਵੀ ਤੁਹਾਨੂੰ ਈਜ਼ੀਲੀ ਮਿਲਦੀ ਹੈ, ਕਿਸੇ ਬੁੱਕ ਚੋਂ, ਕਿਸੇ ਨੈੱਟ ਤੋਂ, ਤੁਸੀਂ ਉਹ ਵਾਲੀ ਡੈਫੀਨੇਸ਼ਨ ਈਜ਼ੀਲੀ ਜਿਹੜੀ ਆ ਕॉमर्स ਦੀ ਕਰ ਸਕਦੇ ਹੋ। नेचर आ गया राजे। नेचर का मतलब कि नेचर च की आएगा, वही जोड़े बिजनेस च पढ़े ने, गुड्स एंड सर्विसेज का एक्सचेंज होएगा। किहड़ी एक्टिविटी है? इकनॉमिक एक्टिविटी है, पैसे कमाने लई कीती जांदी है। मेन मोटिव की हुंदा है, प्रॉफिट अर्न करना। ठीक है जी। उस तो बाद नैक्सट आंदा जी रिस्क एंड अनसरटेनिटी। जिवें बिजनेस दे विच रिस्क ते अनसरटेनिटी हुंदी है, इहदे विच भी हुंदी है। ये भी नवीं नवीं चीज़ों को क्रिएट करती है, जानी कि यूटिलिटी जिहड़ी तुहानूं सैटिस्फैक्शन की पावर हुंदी है उहनूं क्रिएट करती है। ठीक है। कॉन्टीन्यूटी का मतलब लगातार ट्रांजैक्शन भी होंदियां रहंदियां ने। ठीक है जी। ये तो हो गया था नेचर। क्लासीफिकेशन की गल करिए, दो तरह की क्लासीफिकेशन है, ट्रेड हैगी है तो एड्स एंड ट्रेड हैगा। ट्रेड हुंदा व्यापार। व्यापार का मतलब हुंदा बाइंग एंड सैलिंग ऑफ गुड्स एंड सर्विसेज। जो तुसीं वस्तुआं ते सेवावां नूं खरीददे हो या वेचदे हो, उहनूं की कहा जांदा है? ट्रेड किया जाता, उन्होंने व्यापार कहा जाता है। जोड़ा कि अगों बेसिकली 3 तरह का होंदा है, इंटरनल, एक्सटर्नल तो होलसेल। इंटरनल यानी कि अंदरूनी, ਜਦੋਂ ਕਹਿੰਦੇ ਤੁਸੀਂ ਇੱਕ ਦੇਸ਼ ਦੇ ਹੱਦ ਦੇ ਅੰਦਰ ਗੁड्स ਨੂੰ ਖਰੀਦਦੇ ਹੋ ਤੇ ਵੇਚਦੇ ਹੋ, ਉਹਨੂੰ ਕੀ ਬੋਲਦੇ ਆ? ਇੰਟਰਨਲ ਟ੍ਰੇਡ। ਜਿਵੇਂ ਇੰਡੀਆ ਦੇ ਵਿੱਚ ਹੀ ਪ੍ਰੋਡਕਟ ਬਣਿਆ, ਇੰਡੀਆ ਵਿੱਚ ਹੀ ਤੁਸੀਂ ਉਹਨੂੰ ਸੇਲ ਕਰ ਰਹੇ ਹੋ, ਦੈਟ ਇਜ਼ ਇੰਟਰਨਲ ਟ੍ਰੇਡ। ਇਹ ਅੱਗੋਂ 3 ਤਰ੍ਹਾਂ ਦਾ ਹੁੰਦਾ। ਲੋਕਲ ਟ੍ਰੇਡ ਦਾ ਮਤਲਬ ਹੁੰਦਾ ਵੀ ਜਿੱਥੇ ਪ੍ਰੋਡਕਸ਼ਨ ਹੋਈ ਹੈ, ਠੀਕ ਹੈ, ਜਾਂ ਪਰਟੀਕੂਲਰ ਇੱਕ ਲੋਕਲ ਇੱਕ ਏਰੀਆ ਤੁਸੀਂ ਫਿਕਸ ਕਰ ਲੈਂਦੇ ਹੋ, ਸਿਰਫ ਉਹੀ ਏਰੀਆ ਦੇ ਵਿੱਚ ਹੀ ਤੁਸੀਂ ਉਹਨੂੰ ਸੇਲ ਕਰ ਰਹੇ ਹੋ, ਦੈਟ ਇਜ਼ ਲੋਕਲ ਟ੍ਰੇਡ। ਜਿਵੇਂ ਆਪਾਂ ਗੱਲ ਕਰਦੇ ਹਾਂ ਸਬਜ਼ੀ ਮੰਡੀ ਦੀ ਗੱਲ ਕਰਦੇ ਹਾਂ, ਹੈ ਨਾ, ਜਿਹੜੀਆਂ ਪੈਰੀਸ਼ੇਬਲ ਗੁड्स ਉਹ ਹੁੰਦੀਆਂ ਨੇ ਜਿਹੜੀ ਜਲਦੀ ਖਰਾਬ ਹੋ ਜਾਂਦੀਆਂ, ਜਿਵੇਂ ਮਿਲਕ ਹੋ ਗਿਆ, ਵੈਜੀਟੇਬਲਸ ਹੋ ਗਏ, ਬ੍ਰੈਡਸ ਹੋ ਗਏ ਨਾ, ਇਹ ਜਿੱਥੇ ਬਣਦੀਆਂ ਨੇ ਉੱਥੇ ਸੇਲ ਕਰਤੀਆਂ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਖਰਾਬ ਹੋਣ ਦਾ ਡਰ ਹੁੰਦਾ। ਤਾਂ ਉਹ ਕਿਹੜਾ ਟ੍ਰੇਡ ਹੋ ਗਿਆ? ਲੋਕਲ। ਠੀਕ ਹੈ। ਉਸ ਤੋਂ ਬਾਅਦ ਹੁੰਦਾ ਜੀ ਸਟੇਟ ਟ੍ਰੇਡ। ਜਿਹੜਾ ਆ ਉਹ ਕਿਹੜਾ ਹੁੰਦਾ? ਜੋ ਤੁਸੀਂ ਵਿਦਿਨ ਸਟੇਟ ਦੇ ਵਿੱਚ, ਇੱਕ ਸਟੇਟ ਦੇ ਵਿੱਚ ਗੁड्स ਨੂੰ ਖਰੀਦਦੇ ਵੀ ਹੋ ਤੇ ਵੇਚਦੇ ਹੋ ਵੀ। ਇਹ 'ਚ ਬੇਸਿਕਲੀ ਡਿਊਰੇਬਲ, ਜਿਹਨੂੰ ਥੋੜ੍ਹਾ ਲੰਬਾ ਸਮਾਂ ਰਹਿ ਜਾਂਦੀਆਂ ਨੇ ਜਿਹੜੀਆਂ ਵਸਤੂਆਂ, ਉਹਨਾਂ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਗਾ। ਨੈਕਸਟ ਆ ਗਿਆ ਇੰਟਰਸਟੇਟ। ਜਦੋਂ ਇੱਕ ਸਟੇਟ ਤੋਂ ਦੂਜੇ ਸਟੇਟ ਤੱਕ ਤੁਸੀਂ ਚੀਜ਼ਾਂ ਨੂੰ ਖਰੀਦਦੇ ਹੋ ਜਾਂ ਵੇਚਦੇ ਹੋ। ਇਹਦੇ ਵਿੱਚ ਜਿਵੇਂ ਕੱਪੜਾ ਆ ਗਿਆ, ਕੈਰੋਸੀਨ ਆ ਗਿਆ, ਡੀਜ਼ਲ, ਪੈਟਰੋਲ, ਆਇਰਨ, ਸਟੀਲ, ਕੁਛ ਵੀ ਕਹਿ ਸਕਦੇ ਜਿਹੜੀ ਇੱਕ ਸਟੇਟ ਤੋਂ ਦੂਜੇ ਸਟੇਟ ਤੱਕ ਵਿਦਿਨ ਕੰਟਰੀ ਸੇਲ ਪਰਚੇਜ਼ ਕਰਦੇ ਹੋ। ਠੀਕ ਹੈ। ਨੈਕਸਟ ਆ ਗਿਆ ਜੀ ਐਕਸਟਰਨਲ। ਐਕਸਟਰਨਲ ਤੁਹਾਨੂੰ ਸਭ ਨੂੰ ਪਤਾ ਹੀ ਕਿਹੜਾ ਹੁੰਦਾ, ਜੋ ਤੁਸੀਂ ਫੋਰਨ ਦੇ ਵਿੱਚ ਲੈਣ ਦੇਣ ਕਰਨਾ ਸਟਾਰਟ ਕਰ ਦਿੰਦੇ ਹੋ। ਇਹਦੇ ਵਿੱਚ ਇੰਪੋਰਟ ਐਕਸਪੋਰਟ ਦੋਨੋਂ ਹੀ ਆਉਣਗੇ। ਇੰਪੋਰਟ ਕੀ ਹੁੰਦਾ ਗਾ? ਜਦੋਂ ਤੁਸੀਂ ਫੋਰਨ ਦੇ ਵਿੱਚ ਤੁਸੀਂ ਚੀਜ਼ਾਂ ਹੋਮ ਕੰਟਰੀ ਚੀਜ਼ਾਂ ਨੂੰ ਮੰਗਵਾਉਂਦੀ ਹੈ, ਅਤੇ ਐਕਸਪੋਰਟ ਕੀ ਹੁੰਦਾ? ਜਦੋਂ ਹੋਮ ਕੰਟਰੀ ਫੋਰਨ ਦੇ ਵਿੱਚ ਆਪਣੀਆਂ ਗੁड्स ਐਂਡ ਸਰਵਿਸਿਜ਼ ਨੂੰ ਭੇਜਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਜੀ ਹੋਲਸੇਲ ਐਂਡ ਰੀਟੇਲ ਟ੍ਰੇਡ। ਹੋਲਸੇਲ ਐਂਡ ਰੀਟੇਲ ਟ੍ਰੇਡ ਕੀ ਹੁੰਦਾ? ਜਦੋਂ ਪ੍ਰੋਡਿਊਸਰ ਤੋਂ ਜਿਹੜਾ ਹੋਲਸੇਲ ਹੈ, ਪਹਿਲਾਂ ਹੋਲਸੇਲਰ ਮਾਲ ਖਰੀਦਦਾ, ਹੋਲਸੇਲ ਜਿਹੜਾ ਹੈ ਪ੍ਰੋਡਿਊਸਰ ਅਤੇ ਰਿਟੇਲਰ ਦੇ ਵਿੱਚ ਇੱਕ ਲਿੰਕ ਬਣਾ ਕੇ ਰੱਖਦਾ, ਕਿਉਂਕਿ ਹੋਲਸੇਲ ਕੀ ਕਰਦਾ? ਬਹੁਤ ਵੱਡੀ ਮਾਤਰਾ ਦੇ ਵਿੱਚ ਪ੍ਰੋਡਿਊਸਰ ਤੋਂ ਮਾਲ ਸਹੀ ਰੇਟ 'ਤੇ, ਮਤਲਬ ਘੱਟ ਰੇਟ 'ਤੇ ਖਰੀਦ ਲੈਂਦਾ ਅਤੇ ਗਾਹਾਂ ਉਹਨੂੰ ਥੋੜ੍ਹਾ ਥੋੜ੍ਹਾ ਕਰਕੇ ਰਿਟੇਲਰਸ ਨੂੰ ਵੇਚਦਾ ਹੈਗਾ। ਰਿਟੇਲਰਸ ਕੌਣ ਹੁੰਦੇ ਨੇ? ਸ਼ੌਪਕੀਪਰਸ, ਜਿਹਨਾਂ ਨਾਲ ਆਪਾਂ ਡਾਇਰੈਕਟਲੀ ਡੀਲ ਕਰਦੇ ਹਾਂ। ਠੀਕ ਹੈ ਜੀ। ਇਹ ਤਾਂ ਹੋ ਗਈ ਜੀ ਕਲਾਸੀਫਿਕੇਸ਼ਨ ਆਫ ਕਾਮਰਸ। ਨੈਕਸਟ ਆਉਂਦਾ ਜੀ ਡਿਫਰੈਂਸ ਬਿਟਵੀਨ ਟ੍ਰੇਡ, ਕਾਮਰਸ ਐਂਡ ਇੰਡਸਟਰੀ। ਦੇਖੋ ਤਿੰਨਾਂ ਦੀ ਮੀਨਿੰਗ ਆਪਾਂ ਪੜ੍ਹ ਚੁੱਕੇ ਹਾਂ, ਇਹਨਾਂ ਡਿਫਰੈਂਸ ਇੰਪੋਰਟੈਂਟ ਹੈ। ਪਹਿਲਾਂ ਮੀਨਿੰਗ ਆ ਜਾਏਗਾ। ਦੇਖੋ ਟ੍ਰੇਡ ਸਿਰਫ ਗੁड्स ਐਂਡ ਸਰਵਿਸਿਜ਼ ਦਾ ਸੇਲ ਪਰਚੇਸ ਹੈਗਾ ਆ। ਕਾਮਰਸ ਪ੍ਰੋਡਕਸ਼ਨ ਤੋਂ ਲੈ ਕੇ ਕੰਜ਼ਿਊਮਰ ਤੱਕ ਦੀਆਂ ਸਾਰੀਆਂ ਐਕਟੀਵਿਟੀਜ਼ ਨੂੰ ਐਡ ਕਰਦਾ ਆ। ਇੰਡਸਟਰੀ ਰॉ ਮਟੀਰੀਅਲ ਨੂੰ ਫਿਨਿਸ਼ ਗੁड्स ਦੇ ਵਿੱਚ ਚੇਂਜ ਕਰਦੀ ਆ। ਕੈਪੀਟਲ ਟ੍ਰੇਡ ਦੇ ਵਿੱਚ ਕੈਪੀਟਲ ਜਿਹੜੀ ਆ ਉਹ ਟ੍ਰੇਡ ਦੇ ਵਿੱਚ ਚਾਹੀਦੀ ਹੈ ਜ਼ਿਆਦਾ,
ठीक है, कॉमर्स नालों ज़्यादा चाहिदी है। कॉमर्स ਦੇ ਵਿੱਚ ਜਿਹੜੀ ਕੈਪੀਟਲ ਹੈ ਘੱਟ ਲੋੜ ਪੈਂਦੀ ਹੈ ਅਤੇ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਹਾਈ ਮਤਲਬ ਬਹੁਤ ਜ਼ਿਆਦਾ ਕੈਪੀਟਲ ਦੀ ਲੋੜ ਪੈਂਦੀ ਆ। ਸਕੋਪ ਇਹਦਾ ਜਿਹੜਾ ਟ੍ਰੇਡ ਦਾ ਸਕੋਪ ਆ ਸਿਰਫ ਸੇਲ ਐਂਡ ਪਰਚੇਜ਼ ਤੱਕ ਹੈਗਾ ਆ। ਕਾਮਰਸ ਦਾ ਸਕੋਪ ਸਾਰੀਆਂ ਐਕਟੀਵਿਟੀਜ਼ ਆ, ਯਾਨੀ ਕਿ ਮਤਲਬ ਜੋ ਵੀ ਪ੍ਰੋਡਿਊਸਰ ਤੋਂ ਲੈ ਕੇ ਕੰਜ਼ਿਊਮਰ ਤੱਕ ਜਿੰਨੀਆਂ ਵੀ ਸਾਰੀਆਂ ਐਕਟੀਵਿਟੀਜ਼ ਸਰਵਿਸਿੰਗ ਐਕਟੀਵਿਟੀਜ਼ ਹੋ ਰਹੀਆਂ ਨੇ ਉਹ ਸਾਰੀਆਂ ਕਾਮਰਸ ਵਿੱਚ ਆਉਣਗੀਆਂ। ਅਤੇ ਇੰਡਸਟਰੀ ਦੇ ਵਿੱਚ ਅਲੱਗ ਅਲੱਗ ਐਕਟੀਵਿਟੀਜ਼ ਆਉਣਗੀਆਂ, ਜਿਵੇਂ ਤੁਸੀਂ ਪਿੱਛੇ ਪੜ੍ਹੇ ਹੀ ਨੇ, ਪ੍ਰਾਇਮਰੀ, ਮੈਨੂਫੈਕਚਰਿੰਗ, ਪ੍ਰੋਸੈਸਿੰਗ, ਐਨਾਲਾਈਟੀਕਲ, ਉਹ ਸਾਰੀਆਂ ਇੰਡਸਟਰੀਜ਼ ਦੇ ਵਿੱਚ ਆ ਜਾਣਗੀਆਂ। ਰਿਸਕ ਦੇਖੋ, ਜਿਹਦੇ ਵਿੱਚ ਕੈਪੀਟਲ ਆਪਾਂ ਜਿੰਨੀ ਲਗਾਵਾਂਗੇ ਉਸੇ ਤਰ੍ਹਾਂ ਦਾ ਰਿਸਕ ਹੋਊਗਾ। ਇਹਦੇ ਵਿੱਚ ਕਾਮਰਸ ਨਾਲੋਂ ਜ਼ਿਆਦਾ ਕੈਪੀਟਲ ਲਗਾਈ ਸੀ ਆਪਾਂ ਟ੍ਰੇਡ ਦੇ ਵਿੱਚ, ਅਤੇ ਇਹਦੇ ਵਿੱਚ ਰਿਸਕ ਵੀ ਕਾਮਰਸ ਨਾਲੋਂ ਜ਼ਿਆਦਾ ਹੋਏਗਾ। ਇਹ 'ਚ ਕੈਪੀਟਲ ਘੱਟ ਸੀਗੀ ਅਤੇ ਰਿਸਕ ਵੀ ਘੱਟ ਹੋਏਗਾ। ਇਹ 'ਚ ਬਹੁਤ ਜ਼ਿਆਦਾ ਕੈਪੀਟਲ ਲਗਾਈ ਸੀ ਅਤੇ ਫਿਰ ਰਿਸਕ ਵੀ ਇਹਦੇ ਵਿੱਚ ਕੀ ਹੋਏਗਾ, ਬਹੁਤ ਜ਼ਿਆਦਾ ਹੋਏਗਾ। ਹੋਪ ਸੋ ਤੁਹਾਨੂੰ ਇਹ ਵਾਲਾ ਟੋਪਿਕ ਸਮਝ ਆ ਗਿਆ ਹੋਵੇਗਾ ਰਾਜੇ। ਥੈਂਕ ਯੂ।